ਅਕਾਲ। ਅੱਜ ਮੈਂ ਬੜੀ ਇੰਪੋਰਟੈਂਟ ਜਿਹੜੀ ਘੋਸ਼ਣਾ ਹੈਗੀ ਹੈ ਜਲੰਧਰ ਵਾਸੀਆਂ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਪਿਛਲੇ ਲੰਬੇ ਸਮੇਂ ਦੌਰਾਨ 9 ਦਿਨ ਮਾਰਚ ਦੇ ਹੋ ਗਏ, ਸਮਝੋ 23 ਤਰੀਕ ਨੂੰ ਕਰਫਿਊ ਲੱਗਿਆ ਸੀਗਾ, 30 ਦਿਨ ਅਗਲੇ ਮਹੀਨੇ ਦੇ ਹੋ ਗਏ ਅਪ੍ਰੈਲ ਦੇ, ਔਰ 17 ਦਿਨ ਇਸ ਮਹੀਨੇ ਦੇ, ਔਰ ਇਹ ਕੁੱਲ 56 ਦਿਨ ਜਿਹੜਾ ਹੈਗਾ ਕਰਫਿਊ ਲੱਗਿਆ ਰਿਹਾ। ਤੁਸੀਂ ਸਾਰਿਆਂ ਨੇ ਇੰਨਾ ਸਹਿਯੋਗ ਦਿੱਤਾ, ਮੈਂ ਇਹਦੇ ਲਈ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਔਰ ਇਸ ਸਮੇਂ ਦੌਰਾਨ ਜਿਹੜੇ ਵੀ ਕਰਮਚਾਰੀਆਂ ਨੇ, ਪੁਲਿਸ ਕਰਮਚਾਰੀਆਂ ਨੇ, ਹੈਲਥ ਕਰਮਚਾਰੀਆਂ ਨੇ, ਸੈਨੀਟੇਸ਼ਨ, ਸਿਵਲ ਦੇ, ਰੇਲਵੇ ਦੇ ਬਹੁਤ ਲੋਕਾਂ ਨੇ, ਐਸੈਂਸ਼ੀਅਲ ਸਰਵਿਸਿਜ਼ ਵਾਲੇ ਜਿਹੜੇ ਹੌਕਰਸ ਨੇ, ਸਭ ਨੇ ਕੰਮ ਕੀਤਾ। ਸਭ ਦਾ ਧੰਨਵਾਦ। ਅੱਜ ਦੀਆਂ ਜਿਹੜੀਆਂ ਇੰਪੋਰਟੈਂਟ ਅਨਾਉਂਸਮੈਂਟਸ ਨੇ, ਇੱਕ ਤਾਂ ਇਹ ਹੈ ਕਿ ਕੱਲ੍ਹ ਅੱਧੀ ਰਾਤ 17 ਮਈ ਦੀ ਅੱਧੀ ਰਾਤ ਤੋਂ ਕਰਫਿਊ ਹੈ ਜਿਹੜਾ ਉਹ ਖਤਮ ਕਰ ਦਿੱਤਾ ਗਿਆ, ਔਰ ਉਹਦੇ ਤਾਬੇ ਜਿਹੜੇ ਵੀ ਕੋਈ ਆਰਡਰ ਕੀਤੇ ਗਏ ਸੀ, ਜਿਹੜੀਆਂ ਵੀ ਬੰਦਸ਼ਾਂ ਸੀਗੀਆਂ, ਉਹ ਖਤਮ ਕੀਤੀਆਂ ਜਾਂਦੀਆਂ ਨੇ। ਪਰੰਤੂ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਦੇ ਹੋਮ ਅਫੇਅਰਸ ਡਿਪਾਰਟਮੈਂਟ ਦੇ ਜਿਹੜੇ ਸਰਕੂਲਰਸ ਪ੍ਰਾਪਤ ਹੋਏ ਨੇ, ਉਹਨਾਂ ਦੇ ਤਹਿਤ 31 ਮਈ ਤੱਕ, ਭਾਵ ਅਗਲੇ 14 ਦਿਨਾਂ ਤੱਕ ਲਾਕਡਾਊਨ ਹੈ ਜਿਹੜਾ ਉਹ ਜਾਰੀ ਰਹੇਗਾ। ਲਾਕਡਾਊਨ ਤੋਂ ਭਾਵ ਇਹ ਹੈ ਕਿ ਰਾਤ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ 7 PM to 7 AM ਐਸੈਂਸ਼ੀਅਲ ਸੇਵਾਵਾਂ ਨੂੰ ਛੱਡ ਕੇ ਬਾਹਰ ਜਿਹੜੀ ਆਮਦ ਰਫਤ ਹੈ, ਬਾਹਰ ਨਿਕਲਣ ਦੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਹੁਣ ਜਿਹੜਾ ਹੈਗਾ ਜਿਹੜੀਆਂ ਗਤੀਵਿਧੀਆਂ ਤੇ ਮਨਾਹੀ ਹੋਵੇਗੀ, ਪੂਰੇ ਜਲੰਧਰ ਜ਼ਿਲ੍ਹੇ 'ਚ ਸਕੂਲ, ਕਾਲਜ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਟ੍ਰੇਨਿੰਗ ਇੰਸਟੀਟਿਊਟ, ਕੋਚਿੰਗ ਇੰਸਟੀਟਿਊਟ, ਜਿਸ 'ਚ ਕਿ ਆਈਲੈਟ ਵਾਲੇ ਵੀ ਆ ਜਾਂਦੇ ਆ, ਜਿਹੜੇ ਕੋਈ +1 +2 ਦੀ ਕੋਚਿੰਗ ਦਿੰਦੇ ਆ, ਉਹ ਵੀ ਕੋਈ ਇੰਗਲਿਸ਼ ਦੀ, ਸਾਰੇ ਬੰਦ ਰਹਿਣਗੇ। ਪਰ ਇਹ ਆਨਲਾਈਨ ਤੇ ਡਿਸਟੈਂਸ ਲਰਨਿੰਗ ਜਿਹੜੀ ਹੈਗੀ ਹੈ ਉਹ ਕੰਟੀਨਿਊ ਕਰ ਸਕਦੇ ਨੇ। ਔਰ ਇਹਦੇ ਨਾਲੋਂ ਨਾਲ ਕਿਉਂਕਿ ਅੱਗੇ ਦਫ਼ਤਰਾਂ ਵਾਲੀ ਗੱਲ ਆਊਗੀ, ਤਾਂ ਐਜੂਕੇਸ਼ਨ ਇੰਸਟੀਟਿਊਸ਼ਨ ਦਾ ਜਿਹੜਾ ਦਫ਼ਤਰ ਹੈਗਾ, ਉਹਦਾ ਜਿਹੜਾ ਦਫ਼ਤਰੀ ਸਟਾਫ ਹੈ, ਮੰਨ ਲਓ ਕਿਸੇ ਨੇ ਤਨਖਾਹ ਬਣਾਉਣੀ ਹੈ, ਆਨਲਾਈਨ ਕੋਈ ਡਾਟਾ ਅਪਲੋਡ ਕਰਨਾ ਹੈ, ਕੋਈ ਬੱਚਿਆਂ ਨੂੰ ਕਿਤਾਬਾਂ ਡਿਸਪੈਚ ਕਰਨੀਆਂ ਹੈਗੀਆਂ, ਉਹ ਦਫ਼ਤਰ ਆ ਕੇ ਖੋਲ੍ਹ ਸਕਦੇ ਨੇ। ਬਟ ਆਈ ਐਮ ਰਿਪੀਟਿੰਗ, ਕੋਈ ਵੀ ਸਟੂਡੈਂਟ ਜਾਂ ਕਲਾਸ ਸਕੂਲ, ਕਾਲਜ, ਇੰਸਟੀਟਿਊਟ, ਕੋਚਿੰਗ ਇੰਸਟੀਟਿਊਟ 'ਚ ਨਹੀਂ ਆਊਗਾ। ਜੇਕਰ ਕੋਈ ਇੱਦਾਂ ਕਲਾਸਾਂ ਲਾਉਂਦਾ ਪਾਇਆ ਗਿਆ ਤਾਂ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਊਗੀ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ ਔਰ ਹਸਪਿਟੈਲਿਟੀ ਨਾਲ ਜੁੜੇ ਹੋਏ ਜਿਹੜੇ ਹੋਰ ਅਦਾਰੇ ਨੇ, ਭਾਵ ਮੈਰਿਜ, ਬੈਂਕਟ ਵਗੈਰਾ, ਇਹ ਸਾਰੇ ਜਿਹੜੇ ਹੈਗੇ ਆ ਬੰਦ ਰਹਿਣਗੇ। ਪਰੰਤੂ ਇਹਨਾਂ ਦੀ ਜਿਹੜੀ ਕਿਚਨ ਹੈ ਉਹਨੂੰ ਕਿਸ ਮੰਤਵ ਲਈ ਚਲਾਇਆ ਜਾ ਸਕਦਾ ਹੈ? ਰੈਸਟੋਰੈਂਟ, ਈਟਰੀਜ਼, ਹਲਵਾਈ, ਆਈਸਕ੍ਰੀਮ ਸ਼ਾਪਸ, ਜੂਸ ਸ਼ਾਪਸ, ਬੇਕਰੀ ਸ਼ਾਪਸ, ਇਹ ਜਿਹੜੀਆਂ ਹੈਗੀਆਂ ਨੇ ਸਵੇਰ 7 AM ਤੋਂ ਸ਼ਾਮ ਦੇ 6 PM ਤੱਕ ਖੋਲ੍ਹ ਸਕਦੇ। ਸਾਰੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿਮ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ, ਬੈਂਕੁਏਟਸ, ਸਿਮਿਲਰ ਪਲੇਸ ਜਿਹੜੇ ਹੈਗੇ ਉਹ ਬੰਦ ਰਹਿਣਗੇ। ਇਸ ਤੋਂ ਇਲਾਵਾ ਸਾਰੀਆਂ ਸੋਸ਼ਲ, ਪੋਲੀਟੀਕਲ, ਸਪੋਰਟਸ, ਐਂਟਰਟੇਨਮੈਂਟ, ਅਕੈਡਮਿਕ, ਕਲਚਰਲ, ਰਿਲੀਜੀਅਸ ਫੰਕਸ਼ਨ, ਅਦਰ ਸਿਮਿਲਰ ਗੈਦਰਿੰਗਸ, ਇਹ ਸਾਰੀਆਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਰਿਲੀਜੀਅਸ ਪਲੇਸਿਸ ਆਫ ਵਰਸ਼ਿਪ ਜਿਹੜੇ ਹੈਗੇ ਆ ਪਬਲਿਕ ਦੇ ਲਈ ਬੰਦ ਰਹਿਣਗੇ। ਪਰ ਉੱਥੇ ਰੋਜ਼ਾਨਾ ਦੀ ਜਿਹੜੀਆਂ ਮੂਰਤੀਆਂ ਦੀ ਜਾਂ ਕੋਈ ਧਾਰਮਿਕ ਕਿਤਾਬਾਂ ਦੀ ਜਾਂ ਕੋਈ ਜਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈਗਾ, ਜਿਹੜੇ ਧਾਰਮਿਕ ਅਕੀਦੇ ਨਾਲ ਜੁੜੇ ਹੋਏ ਜਿਹੜੇ ਪੁਜਾਰੀ ਨੇ ਜਾਂ ਕੋਈ ਭਾਈ ਸਾਹਿਬ ਨੇ ਜਾਂ ਕੋਈ ਪਾਦਰੀ ਨੇ ਜਾਂ ਕੋਈ ਮੌਲਵੀ ਨੇ, ਉਹ ਆਪਦੀ ਡੇ ਟੂ ਡੇ ਜਿਹੜੀ ਹੈਗੀ ਹੈ ਉਹ ਅਕੀਦਤ ਪੇਸ਼ ਕਰ ਸਕਦੇ ਨੇ। ਪਰ ਲੋਕਾਂ ਦੇ ਲਈ ਧਾਰਮਿਕ ਸਥਾਨਾਂ 'ਤੇ ਜਾਣ ਦੀ ਮਨਾਹੀ ਹੈ, ਔਰ ਇਹ ਸਾਰਾ ਲੋਕਾਂ ਦੇ ਭਲੇ ਲਈ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਇਹ ਬਿਮਾਰੀ ਦਾ ਫੈਲਾਅ ਨਾ ਹੋਵੇ। ਫਿਰ ਉਸ ਤੋਂ ਇਲਾਵਾ ਜਿਹੜੇ ਬੱਸ ਤੇ ਵਹੀਕਲਸ ਨੇ ਉਹ ਅਲਾਊਡ ਨੇ। ਅਗਰ ਇੰਟਰ ਸਟੇਟ ਬੱਸ ਨੇ ਮੂਵ ਕਰਨਾ ਹੈ ਤਾਂ ਦੂਜੇ ਸਟੇਟ ਤੋਂ ਪ੍ਰਵਾਨਗੀ ਲੈ ਕੇ, ਜਿਹੜਾ ਗਵਰਨਮੈਂਟ ਆਫ ਇੰਡੀਆ MHA ਦਾ SOP ਹੈ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ, ਉਹਦੇ ਮੁਤਾਬਕ ਬੱਸਾਂ ਚੱਲ ਸਕਦੀਆਂ ਨੇ। ਇੰਟਰਾ ਸਟੇਟ ਮੂਵਮੈਂਟ ਵੀ ਜਿਹੜੀਆਂ SOP ਗਵਰਨਮੈਂਟ ਦੀ ਹੈਗੀ ਹੈ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ MHA ਦਾ, ਉਹਦੇ ਮੁਤਾਬਕ ਚੱਲ ਸਕਦੀ ਹੈ। ਟੈਕਸੀ ਤੇ ਐਗਰੀਗੇਟਰ ਇਹ ਵੀ ਚੱਲ ਸਕਦੇ ਨੇ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਜਾਂ ਟਰਾਂਸਪੋਰਟ ਡਿਪਾਰਟਮੈਂਟ ਦੀਆਂ। ਬਾਈਸਾਈਕਲ, ਰਿਕਸ਼ਾ, ਆਟੋ ਰਿਕਸ਼ਾ ਅਲਾਊਡ ਸਬਜੈਕਟ ਟੂ ਦਾ ਕੰਪਲਾਇੰਸ ਆਫ ਦਾ SOP। 2 ਵੀਲਰ ਇਹ ਵੀ ਅਲਾਊਡ ਹੈਗੇ ਨੇ, 4 ਵੀਲਰ ਹੈ ਇਹ ਵੀ ਅਲਾਊਡ ਨੇ। ਹੁਣ ਤੁਸੀਂ ਪੁੱਛੋਗੇ ਇਸ ਤੇ ਮੋਟਾ ਅਸੂਲ ਕੀ ਹੈ? ਥੰਬ ਰੂਲ ਜਿਹਨੂੰ ਆਪਾਂ ਕਹਿੰਦੇ ਹਾਂ। ਥੰਬ ਰੂਲ ਇਹ ਹੈ ਕਿ ਜਿੰਨੀ ਵਹੀਕਲ ਦੀ ਕਪੈਸਿਟੀ ਹੈ ਉਸ ਤੋਂ ਅੱਧੀ ਤੇ ਚੱਲਣਾ ਹੈਗਾ। ਜੇ 2 ਵੀਲਰ ਹੈ ਤਾਂ ਉਸ ਤੇ ਪਿਲੀਅਨ ਰਾਈਡਿੰਗ, ਮਤਲਬ ਪਿੱਛੇ ਨਹੀਂ ਕੋਈ ਬੈਠੂਗਾ, ਇਕੱਲਾ ਇੱਕ ਬੰਦਾ 2 ਵੀਲਰ ਨੂੰ ਚਲਾਊਗਾ। ਅਗਰ 4 ਵੀਲਰ ਹੈ ਤਾਂ ਉਹਦੇ ਵਿੱਚ ਇੱਕ ਡਰਾਈਵਰ ਤੇ 2 ਸਵਾਰੀਆਂ ਪਿਛਲੀ ਸੀਟ ਤੇ,
ਉਹ ਬਹਿ ਸਕਦੀਆਂ ਨੇ। ਅਗਰ 52 ਸੀਟਰ ਬੱਸ ਹੈ ਤਾਂ ਉਸ 'ਚ 30 ਬੰਦੇ ਬਹਿ ਸਕਦੇ ਨੇ, ਅਗਰ 40 ਸੀਟਰ ਬੱਸ ਹੈ ਤਾਂ ਉਸ 'ਚ 20 ਬੰਦੇ ਬਹਿ ਸਕਦੇ ਆ, ਭਾਵ 50% ਕਪੈਸਿਟੀ 'ਤੇ ਚੱਲਣਗੇ। ਇਹਦੇ ਲਈ ਕੋਈ ਕਰਫਿਊ ਪਾਸ ਦੀ ਸਵੇਰ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਲੋੜ ਨਹੀਂ ਹੈਗੀ। ਸਪੋਰਟਸ ਕੰਪਲੈਕਸ ਔਰ ਸਟੇਡੀਆ ਇਹ ਖੁੱਲ੍ਹ ਸਕਦੇ ਨੇ, ਬੰਦੇ ਇੱਥੇ ਆ ਕੇ ਖੇਡ ਸਕਦੇ ਨੇ, ਸੈਰ ਕਰ ਸਕਦੇ ਨੇ, ਭੀੜ ਭੜੱਕਾ ਨਹੀਂ ਕਰਨਾ, ਸੋਸ਼ਲ ਡਿਸਟੈਂਸਿੰਗ ਰੱਖਣੀ ਹੈ। ਪਰ ਸਪੈਕਟੇਟਰਸ ਭਾਵ ਦਰਸ਼ਕਾਂ ਦੀ ਭੀੜ ਲਾਉਣ ਦੀ ਮਨਾਹੀ ਹੈਗੀ ਹੈ। ਇਸ ਤਰ੍ਹਾਂ ਕੋਈ ਪਿੰਡੂ ਖੇਡ ਮੇਲੇ ਵਗੈਰਾ ਕੋਈ ਨਹੀਂ ਕਰਾਏਗਾ, ਕਿਉਂਕਿ ਉਸ 'ਚ ਸਪੈਕਟੇਟਰ ਜਾਂ ਦਰਸ਼ਕ ਆਉਂਦੇ ਨੇ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਜਿਹੜੇ ਭੀੜ ਵਾਲੀਆਂ ਰੇਹੜੀਆਂ ਜਾਂ ਕੋਈ ਮਾਰਕੀਟ ਐਸੋਸੀਏਸ਼ਨ, ਬਹੁਤ ਭੀੜੀਆਂ ਦੁਕਾਨਾਂ ਨੇ, ਉੱਥੇ SDM, DSP, ACP, ASP ਇਹ ਇਹਨਾਂ ਦੀ ਸਹਿਮਤੀ ਦੇ ਨਾਲ ਔਡ ਈਵਨ ਜਾਂ ਇਹਦੀ ਸਟੈਗਰਿੰਗ ਕਰਕੇ ਉੱਥੇ ਭੀੜ ਘਟਾਉਣ ਦੀ ਕੋਸ਼ਿਸ਼ ਕਰਨਗੇ, ਪਰ ਇਹ ਮਾਰਕੀਟ ਦੀ ਸਹਿਮਤੀ ਨਾਲ ਹੋਏਗਾ। ਵਾਲ ਕੱਟਣ ਵਾਲੀਆਂ ਦੁਕਾਨਾਂ ਤੇ ਸੈਲੂਨ ਬਾਰੇ ਬੜੇ ਦਿਨਾਂ ਤੋਂ ਲੋਕ ਪੁੱਛ ਰਹੇ ਸੀ ਵੀ ਕੀ ਹੈ। ਸਵੇਰੇ 7 ਵਜੇ 7 AM to 6 PM ਇਹਨਾਂ ਨੂੰ ਖੋਲ੍ਹਣ ਦੀ ਆਗਿਆ ਹੈਗੀ ਹੈ, ਪਰ ਹੈਲਥ ਵਿਭਾਗ ਵੱਲੋਂ ਜੋ ਵੀ ਇੰਸਟਰਕਸ਼ਨਾਂ ਨੇ, ਬਾਰ-ਬਾਰ ਸੈਨੀਟਾਈਜ਼ ਕਰਨਾ, ਹੱਥ ਧੋਣੇ, ਮੂੰਹ 'ਤੇ ਮਾਸਕ ਪਾ ਕੇ ਸਾਰਾ ਕੰਮ ਕਰਨਾ, ਇਹ ਸਾਰਾ ਆਪਾਂ ਧਿਆਨ ਰੱਖਣਾ ਹੈਗਾ ਔਰ ਬਹੁਤ ਹੀ ਜ਼ਿਆਦਾ ਲੋੜ ਪੈਣ 'ਤੇ ਇਹਨਾਂ ਥਾਵਾਂ 'ਤੇ ਜਾਣਾ ਹੈ। ਇਸ ਤੋਂ ਇਲਾਵਾ ਉਸਾਰੀ ਅਤੇ ਖੇਤੀਬਾੜੀ, ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ, ਇਹਦੇ 'ਤੇ ਕੋਈ ਮਨਾਹੀ ਨਹੀਂ, ਇਹਨੂੰ ਬਿਲਕੁਲ ਆਮ ਵਾਂਗ ਕੀਤਾ ਜਾ ਸਕਦਾ ਹੈ। 65 ਸਾਲ ਤੋਂ ਉੱਪਰ ਦੇ ਵਿਅਕਤੀ ਜਾਂ ਜਿਨ੍ਹਾਂ ਨੂੰ ਕੋਮੋਰਬਿਡ ਬਿਮਾਰੀਆਂ ਨੇ, ਜਿਵੇਂ ਕਿ ਕਿਸੇ ਨੂੰ ਸ਼ੂਗਰ ਹੈ ਜਾਂ ਬਹੁਤ ਹੀ ਕੋਈ ਕਿਡਨੀ ਦੀ ਬਿਮਾਰੀ ਹੈ, ਪਹਿਲਾਂ ਹੀ ਪ੍ਰੀ ਡਿਸਪੋਜ਼ਡ ਹੈ ਹੋਰ ਬਿਮਾਰੀਆਂ ਦੇ ਨਾਲ, ਗਰਭਵਤੀ ਮਹਿਲਾਵਾਂ ਨੇ ਅਤੇ ਬੱਚੇ ਨੇ 10 ਸਾਲ ਤੋਂ ਛੋਟੇ, ਉਹ ਘਰੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਹੁਕਮ ਵੀ ਦਿੱਤਾ ਜਾਂਦਾ ਜਦ ਤੱਕ ਕਿ ਬਹੁਤ ਹੀ ਜ਼ਿਆਦਾ ਕੋਈ ਐਸੈਂਸ਼ੀਅਲ ਕੰਮ, ਭਾਵ ਕੋਈ ਮੈਡੀਕਲ ਸੇਵਾ ਜਾਂ ਕੋਈ ਬਹੁਤ ਐਸਾ ਨਾ ਟਾਲਣਯੋਗ ਕੰਮ ਹੋਵੇ, ਉਹਦੇ ਲਈ ਬਾਹਰ ਆ ਸਕਦੇ ਨੇ। ਸਰਕਾਰੀ, ਅਰਧ ਸਰਕਾਰੀ ਅਤੇ ਜਿਹੜੇ ਔਨ ਡਿਊਟੀ ਕਰਮਚਾਰੀ ਨੇ, ਸੈਂਟਰਲ ਗਵਰਨਮੈਂਟ ਦੇ, ਸਟੇਟ ਗਵਰਨਮੈਂਟ ਦੇ, ਸੈਮੀ ਗਵਰਨਮੈਂਟ ਦੇ, ਆਰਮੀ ਦੇ, ਪੁਲਿਸ ਦੇ, ਪੈਰਾਮੈਡੀਕਲ ਜਿਹੜਾ ਸਾਡਾ ਫੋਰਸਿਸ ਨੇ, ਇਹ ਸਾਰੇ ਜਿਹੜੇ ਹੈਗੇ ਨੇ ਇਹ ਆਪਦੀ ਡਿਊਟੀ 'ਤੇ ਆਮ ਵਾਂਗ ਆ ਸਕਦੇ ਨੇ। ਇਹਨਾਂ ਦੇ ਦਫ਼ਤਰ ਦੇ ਜੋ ਨਿਯਮ ਨੇ, ਕਿੰਨਾ % ਸਟਾਫ ਨੇ ਆਉਣਾ, ਉਹ ਉੱਦਾਂ ਆਉਂਦੇ ਰਹਿਣਗੇ। ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਡਾਕਟਰ ਅਤੇ ਮੈਡੀਕਲ ਸਟਾਫ ਹੈ, ਇਹਨਾਂ ਦੀ 24 ਘੰਟੇ ਮੂਵਮੈਂਟ 'ਤੇ ਕੋਈ ਮਨਾਹੀ ਨਹੀਂ ਹੈਗੀ, ਐਂਬੂਲੈਂਸ ਵੀ ਮੂਵ ਕਰ ਸਕਦੀ ਹੈ। ਜਿੰਨੇ ਵੀ ਸਾਡੇ ਟਰੱਕ ਨੇ, ਜਿੰਨੇ ਵੀ ਗੁੱਡਸ ਕੈਰੀਅਰ ਨੇ, ਟੈਂਪੋ ਨੇ, ਕੋਈ ਸਮਾਨ ਢੋਂਦੇ ਨੇ, ਚਾਹੇ ਖਾਲੀ ਹੈ ਭਰੇ, ਇਹਨਾਂ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਂ ਪੂਰੇ ਪੰਜਾਬ 'ਚ ਕਿਤੇ ਕੋਈ ਪਾਸ ਦੀ ਲੋੜ ਨਹੀਂ ਹੈਗੀ। ਜਿਹੜੇ ਵੀ ਕੋਈ ਵਪਾਰੀ ਵੀਰ ਨੇ ਕੋਈ ਸਮਾਨ ਭੇਜਣਾ, ਉਹ ਭੇਜ ਸਕਦਾ। ਇਸ ਤੋਂ ਇਲਾਵਾ ਜਿਹੜੀਆਂ ਮੈਂ ਗਤੀਵਿਧੀਆਂ ਦੱਸਿਆ ਕਿ ਮਨਾਹੀਯੋਗ ਨੇ ਔਰ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ 'ਤੇ ਜਲੰਧਰ ਜ਼ਿਲ੍ਹੇ ਦੀ ਹਦੂਦ ਅੰਦਰ ਸਾਰੇ ਉਦਯੋਗ, ਸਾਰੀਆਂ ਦੁਕਾਨਾਂ, ਸਾਰੇ ਵਪਾਰਕ ਅਦਾਰੇ, ਸਾਰੇ ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰ ਅਤੇ ਹੋਰ ਗਤੀਵਿਧੀਆਂ 7 AM ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆਮ ਵਾਂਗ ਚੱਲਣ ਦੀ ਆਗਿਆ ਹੋਏਗੀ, ਪ੍ਰੋਵਾਈਡਡ ਕਿ ਕੋਵਿਡ ਸੰਬੰਧੀ ਜਿਹੜੀਆਂ ਵੀ ਹਦਾਇਤਾਂ ਨੇ ਅਤੇ ਸੋਸ਼ਲ ਡਿਸਟੈਂਸਿੰਗ ਹੈ ਉਹਦਾ ਆਪਸ 'ਚ ਇਹ ਧਿਆਨ ਰੱਖਣਗੇ। ਜਿਹੜਾ ਵੀ ਕੋਈ ਵਿਅਕਤੀ ਬਾਹਰ ਆਏਗਾ ਉਹਨੂੰ ਮਾਸਕ ਪਹਿਨਣੀ ਜ਼ਰੂਰੀ ਹੋਵੇਗੀ, ਨਹੀਂ ਤਾਂ ਜੁਰਮਾਨਾ ਹੋਏਗਾ ਜੇ ਨਹੀਂ ਪਹਿਨਦਾ। ਪਬਲਿਕ ਥਾਵਾਂ 'ਤੇ ਥੁੱਕਣ ਦੀ ਮਨਾਹੀ ਹੋਵੇਗੀ ਅਤੇ ਜਿੰਨੇ ਵੀ ਵਹੀਕਲ ਨੇ ਉਹ 50% ਕਪੈਸਿਟੀ 'ਤੇ ਚੱਲਣਗੇ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਗੇ। ਹੁਣ ਤੁਸੀਂ ਪੁੱਛੋਗੇ ਵੀ ਕੰਟੇਨਮੈਂਟ ਜ਼ੋਨ ਕੀ ਨੇ। ਸਿਵਲ ਸਰਜਨ ਸਾਹਿਬ ਅਤੇ ਐਪੀਡੋਮੋਲੋਜਿਸਟ ਅਤੇ ਹੈਲਥ ਡਿਪਾਰਟਮੈਂਟ, ਕਿਉਂਕਿ DC ਨੂੰ ਨਹੀਂ ਪਤਾ ਵੀ ਕਿਹੜਾ ਕੰਟੇਨਮੈਂਟ ਜ਼ੋਨ ਹੈ, ਉਹ ਸਾਨੂੰ ਇੱਕ ਲਿਸਟ ਦਿੰਦੇ ਆ। ਜਿਹੜੀ ਲਾਸਟ ਲਿਸਟ ਸਾਡੇ ਕੋਲ ਆਈ ਹੈ ਉਹ 16 ਤਰੀਕ ਨੂੰ ਆਈ ਹੈ। ਇਹਦੇ 'ਚ ਕੰਟੇਨਮੈਂਟ ਜ਼ੋਨ 'ਚ ਕਿਹੜੇ ਕਿਹੜੇ ਪਏ ਨੇ, ਪਿਛਲੇ ਜਿਹੜੇ 28 ਦਿਨਾਂ 'ਚ ਕੇਸ ਆਏ ਨੇ ਉਹਦੇ ਹਿਸਾਬ ਨਾਲ ਰਾਜਾ ਗਾਰਡਨ ਬਸਤੀ ਦਾਨਿਸ਼ਮੰਦਾ, ਸ਼੍ਰੀ ਗੁਰੂ ਰਵਿਦਾਸ ਨਗਰ ਬਸਤੀ ਦਾਨਿਸ਼ਮੰਦਾ, ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਾ, शिवाजी नगर बस्ती दानिशमंदा, बेगमपुरा ते सुरजीत नगर बस्ती दानिशमंदा, बस्ती शेख बस्ती गुजा, न्यू गोविंद नगर, तेजमोहन नगर, इस तो इलावा काजी महला, किला महला, रस्ता महला, भैरों बाजार, लाल बाजार, जटपुरा, पुरानी सब्जी मंडी, बसंत नगर, न्यू गोविंद नगर, अमन नगर। ये हुण अज की डेट कंटेनमेंट जोन ने, बट एक इवॉल्विंग प्रोसैस है। असी होर एक दो दिनों के अंदर सिविल सर्जन तो रिपोर्ट लैके अगर इस कोई बदलाव की लोड़ होएगी, तुसीं धीरज ना हारो, असी वो भी जिहड़ी हैगी अगर लोड़ पई तां उहनूं चेंज करांगे। गवर्नमेंट के प्राइवेट ऑफिस जिहड़े 7 AM to 6 PM मैं कहा, पर जिहड़े भी कोई दफ्तर का 9 to 5 टाइम है या 10 to 4 टाइम है, वो उस दफ्तर की मर्जी होगी कि उन्हें किन्ने बजे तक खोलना है। ये दो गल्लां मैं बड़ियां स्पष्ट कर दिना। दफ्तरां दे विच बैंक भी आउंदे ने, ਜਿਹੜੇ ਬੈਂਕ ਨੇ, ਕਿਉਂਕਿ ਪੁਰਾਣੇ ਆਰਡਰ ਸਾਰੇ ਨਿਰਸਤ ਹੋ ਗਏ। ਬੈਂਕ ਅੱਜ ਤੋਂ ਬਾਅਦ ਨੋਰਮਲ
ਆਪਦਾ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਮੁਤਾਬਕ ਖੁੱਲਣਗੇ। ਭਾਵ ਜੋ ਵੀ ਇਹਨਾਂ ਦਾ ਕੋਈ 10 ਤੋਂ 5 ਦਾ ਟਾਈਮ ਹੈਗਾ, ਜਿੰਨਾ ਪਬਲਿਕ ਆਰਜ਼ ਹੈਗੇ ਨੇ, ਉਹ ਬੈਂਕ ਆਮ ਜਾਂ ਜਿਹੜੀਆਂ ਫਾਈਨੈਂਸ ਕੰਪਨੀਜ਼ ਹੈਗੀਆਂ ਨੇ ਉਹ ਵੀ ਆਮ ਵਾਂਗ ਖੁੱਲਣਗੀਆਂ, ਪਰ ਇਹ ਸੋਸ਼ਲ ਡਿਸਟੈਂਸਿੰਗ ਤੇ ਗੋਲੇ ਮਾਰਨ ਦਾ ਧਿਆਨ ਰੱਖਣਗੇ। ਦੂਜੀ, ਕਿਉਂਕਿ ਜਲੰਧਰ ਹੱਬ ਹੈਗਾ ਆਈਲਸ ਸੈਂਟਰਾਂ ਦਾ, ਤੇ ਜਿਹੜੇ ਬਾਹਰ ਬੱਚੇ ਜਾਂਦੇ ਨੇ ਉਹ ਸਾਡੇ ਟਰੈਵਲ ਏਜੰਟ ਹੈਗੇ ਨੇ, ਉਹ ਵੀ ਬੜੇ ਸਵਾਲ ਆ ਰਹੇ ਆ ਵੀ ਖੁੱਲ੍ਹ ਸਕਦੇ ਆ ਕਿ ਨਹੀਂ ਖੁੱਲ੍ਹ ਸਕਦੇ। ਇਹਨਾਂ ਦੇ ਜਿਹੜੇ ਬੈਕ ਐਂਡ ਦਫ਼ਤਰ ਹੈ, ਕੋਈ ਤਨਖਾਹ ਦੇਣ ਲਈ, ਕੋਈ ਹੋਰ ਵੀਜ਼ਾ ਪ੍ਰੋਸੈਸਿੰਗ ਲਈ, ਉਹ ਆਪਦੇ ਘੱਟ ਸਟਾਫ ਦੇ ਨਾਲ ਖੁੱਲ੍ਹ ਸਕਦੇ ਆ, ਪਰ ਉੱਥੇ ਸਟੂਡੈਂਟਸ ਨੂੰ ਬੁਲਾ ਕੇ ਕੋਈ ਕਲਾਸਾਂ ਲਾ ਕੇ ਕੋਈ ਆਈਲੈਟ ਦੀ ਕੋਚਿੰਗ ਦੇਣ ਤੇ ਮਨਾਹੀ ਹੈ। ਆਨਲਾਈਨ ਕੋਚਿੰਗ ਦਿੱਤੀ ਜਾ ਸਕਦੀ ਹੈ, ਜੇ ਕਿਸੇ ਨੇ ਉੱਤੇ ਕਲਾਸਾਂ ਲਾਈਆਂ ਤਾਂ ਉਹਦੇ ਤੇ ਕਾਰਵਾਈ ਹੋਏਗੀ। ਇਸ ਤੋਂ ਇਲਾਵਾ ਸਰਕਾਰ ਦੇ ਵੱਖ-ਵੱਖ ਡਿਪਾਰਟਮੈਂਟਾਂ ਵੱਲੋਂ ਐਡਵਾਈਜ਼ਰੀ ਜਾਰੀ ਹੋਈਆਂ ਨੇ, ਉਹ ਬੈਂਕਾਂ ਬਾਰੇ ਵੀ ਹੈਗੀ ਹੈ, ਦਫ਼ਤਰਾਂ ਬਾਰੇ ਵੀ ਹੈਗੀ ਹੈ, ਏਅਰ ਕੰਡੀਸ਼ਨਰਾਂ ਦੇ ਪ੍ਰਯੋਗ ਬਾਰੇ ਵੀ ਹੈਗੀ ਹੈ, ਇੰਡਸਟਰੀ ਵਾਲੇ ਵੀਰਾਂ ਨੂੰ ਵੀ ਐਡਵਾਈਜ਼ਰੀ ਹੋਈ ਵੀ ਹੈ, ਨਰੇਗਾ ਦੇ ਕੰਮ ਕਿੱਦਾਂ ਕਰਨੇ ਹੈ, ਸ਼ਾਪਸ ਜਿਹੜੀਆਂ ਦੁਕਾਨਾਂ ਨੇ ਉਹਨਾਂ ਤੇ ਕੰਮ ਕਿੱਦਾਂ ਕਰਨਾ ਹੈ, ਪੈਟਰੋਲ ਪੰਪ ਕਿੱਦਾਂ ਕਰਨੇ ਹੈ, ਸੀਨੀਅਰ ਸਿਟੀਜ਼ਨ ਨੇ ਆਪਦੀ ਸਿਹਤ ਦਾ ਕਿਵੇਂ ਧਿਆਨ ਰੱਖਣਾ ਹੈ, ਟਰਾਂਸਪੋਰਟ ਆਫ ਦ ਬੱਸਿਸ ਕਿਵੇਂ ਕਰਨਾ ਹੈ, ਫੂਡ ਦੀ ਸੇਫਟੀ ਕਿਵੇਂ ਕਰਨੀ ਹੈਗੀ ਹੈ, ਇੰਟਰਸਟੇਟ ਮੂਵਮੈਂਟ ਕਿਵੇਂ ਹੈ, ਹੋਟਲਸ ਵਗੈਰਾ ਜਿਹੜੇ ਕੁਆਰੰਟਾਈਨ ਲਈ NRI ਵੀਰਾਂ ਲਈ ਦਿੱਤੇ, ਇਹ ਸਾਰਾ ਕੁਝ ਇਨ ਮਿਨ ਪਾਲਣਾ ਯਕੀਨੀ ਬਣਾਉਣ ਦੀ ਜਿਹੜੀ ਹੈਗੀ ਹੈ ਆਮ ਨਾਗਰਿਕਾਂ ਦੀ ਜ਼ਿੰਮੇਵਾਰੀ ਹੋਏਗੀ। ਔਰ ਜੋ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਹ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਔਰ IPC ਦੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਤਹਿਤ ਬਣਦੀ ਕਾਰਵਾਈ ਹੈ ਜਿਹੜੀ ਕੀਤੀ ਜਾਵੇਗੀ।